है जब इलेक्शंस होते हैं, 1 महीना पहले इलेक्शन से, अब उसके बाद जैसे इलेक्शन खत्म सब बंद। ਨਈਅਰ ਸਾਹਿਬ ਤੁਸੀਂ ਸੁਣਿਆ ਆਮ ਆਦਮੀ ਜਿਹੜਾ ਵਾ ਇਸ ਆਮ ਆਦਮੀ ਦੇ ਨਾਰੇ ਬਾਰੇ ਉਹਦੀ ਕੀ ਰਾਏ ਹੈ? ਤੁਹਾਨੂੰ ਵੀ ਲੱਗਦਾ ਵਾ ਕਿ ਜਿਹੜਾ ਸਿਹਤ ਆ ਇਹਦੇ ਉੱਤੇ ਸਿਰਫ 1% GDP ਖਰਚ ਹੁੰਦਾ ਵਾ? ਸ਼ਾਇਦ ਦੁਨੀਆ ਦੇ ਵਿੱਚ ਸਿਰਫ ਇੰਡੀਆ ਹੀ ਆ ਜਿਹੜਾ ਇੰਨਾ ਘੱਟ ਪੈਸਾ ਖਰਚ ਕਰਦਾ ਵਾ ਆਮ ਆਦਮੀ ਦੀ ਸਿਹਤ ਉੱਤੇ। ਤੁਹਾਨੂੰ ਲੱਗਦਾ ਕਿ ਇਹ ਹੈਲਥ ਦੇ ਉੱਤੇ ਐਲੋਕੇਸ਼ਨ ਵਧਾਉਣ ਦੀ ਲੋੜ ਹੈ? ਬਿਲਕੁਲ ਹੈ ਜੀ, ਬਹੁਤ ਜ਼ਰੂਰਤ ਹੈਗੀ ਹੈ। ਜਦ ਤੱਕ ਅਗਰ ਜੇ ਇਹ ਚੀਜ਼ਾਂ ਦੇ ਉੱਤੇ ਅਗਰ ਨਹੀਂ ਧਿਆਨ ਦਿੱਤਾ ਜਾਏਗਾ ਗੌਰਮੈਂਟ ਵੱਲੋਂ ਤਾਂ ਮੇਰਾ ਖਿਆਲ ਹੈ ਕਿ ਇਹਦੀ ਜਿਹੜੀ ਅਸੀਂ ਰੋਜ਼ ਕਹਿੰਦੇ ਹਾਂ ਕਿ ਡਿਵੈਲਪਮੈਂਟ ਹੋ ਰਹੀ ਹੈ, ਡਿਵੈਲਪਮੈਂਟ ਕਿਸ ਤਰ੍ਹਾਂ ਹੋਏਗੀ? ਆਮ ਬੰਦੇ ਨੂੰ ਜਿਹੜੀ ਹੈਗੀ ਹੈ ਇਹਦੀ ਸਿਹਤ ਦੀ ਇਹਦੇ ਵਾਸਤੇ ਤਾਂ ਬਹੁਤ ਜ਼ਰੂਰਤ। ਦੇਖੋ ਜਿੱਤੇ ਵੀ ਤੁਸੀਂ ਕਿਸੇ ਝੁੱਗੀ ਚੋਪੜੀਆਂ ਕਿਸੇ ਸਾਈਡ ਤੋਂ ਜਿਹੜਾ ਝਾਕ ਕੇ ਦੇਖੋ ਤੁਸੀਂ ਹਾਲ ਕੀ ਹੈਗਾ ਕਿ ਉਹਨਾਂ ਲੋਕਾਂ ਦੇ ਕੋਲ ਇਤਨਾ ਹਾਲਤ ਖਸਤਾ ਹੈਗੀ ਹੈ ਕਿ ਉਹ ਦੇ ਕੈਨ ਨਾਟ ਗੋ ਟੂ ਦ ਡਿਸਪੈਂਸਰੀ ਆਲਸੋ। ਔਰ ਨਾਲ ਸੁਪਰੀਮ ਕੋਰਟ ਨੂੰ ਵੀ ਇੰਟਰਵੀਨ ਕਰਕੇ ਕਹਿਣਾ ਪਿਆ ਵੀ ਅਨਾਜ ਨੂੰ ਸੜਨ ਨਾ ਦਿਓ, ਤੁਸੀਂ ਉਹ ਗਰੀਬਾਂ ਨੂੰ ਵਿੱਚ ਵੰਡੋ। ਬਿਲਕੁਲ ਵੇਸਟ ਹੋਣ ਦੀ ਬਜਾਏ ਘੱਟੋ ਘੱਟ ਕਿਸੇ ਦੇ ਮੂੰਹ ਤੇ ਜਾਏਗਾ, ਔਰ ਮੂੰਹ ਜਾਏਗਾ ਤਾਂ ਜ਼ਰੂਰੀ ਗੱਲ ਹੈਗੀ ਕਿ ਉਹਦਾ ਉਹ ਸੀਸਾਂ ਵੀ ਦੇਗਾ ਤੇ ਨਾਲ ਉਹਦਾ ਪਾਲਣ ਵੀ ਹੋਏਗਾ। ਪਰ ਉਹਦੇ ਸਰਕਾਰ ਨੇ ਉਸ ਬਿਆਨ ਦੇ ਉੱਤੇ ਕੀ ਟਿੱਪਣੀ ਕੀਤੀ ਹੈ ਉਹ ਵੀ ਧਿਆਨ ਦੀ ਮੰਗ ਕਰਦੀ ਹੈ। ਉਸ ਵੇਲੇ ਬਹੁਤ ਸ਼ਰਦ ਪਵਾਰ ਨੇ ਕਿਹਾ ਕਿ ਇਹ ਨਹੀਂ ਹੋ ਸਕਦਾ। ਸਾਡੇ ਮਨਮੋਹਨ ਸਿੰਘ ਨੇ ਵੀ ਇਹ ਕਿਹਾ ਕਿ ਵੀ ਇਹ ਜਿਹੜਾ ਐਗਜ਼ੀਕਿਊਟਿਵ ਦਾ ਕੰਮ ਹੈ, ਲੈਟ ਅਸ ਡਿਸਾਈਡ। ਹੁਣ ਮਸਲਾ ਇਹ ਹੈ ਕਿ ਵੀ ਇੱਕ ਪਾਸੇ ਉਹੀ ਪਾਰਟੀ ਦੀ ਸਰਕਾਰ ਹੈ, ਇਹ ਉਹਦੀ ਕਾਰਗੁਜ਼ਾਰੀ ਹੈ, ਜਿਨ੍ਹਾਂ ਦੇ ਇੱਕ ਸਲਾਹਕਾਰ ਮਨਟੇਕ ਸਿੰਘ ਆਹਲੂਵਾਲੀਆ ਇਹ ਕਹਿੰਦੇ ਨੇ ਕਿ ਵੀ ਪੂਰੇ ਮੁਲਕ ਦੇ ਲੋਕਾਂ ਨੂੰ ਤਿਆਰ ਹੋ ਜਾਣਾ ਚਾਹੀਦਾ ਮਹਿੰਗਾਈ ਲਈ। ਦੂਜੇ ਪਾਸੇ ਜਦੋਂ ਉਹਨਾਂ ਦੀ ਆਪਣੀ ਪਾਰਟੀ ਦਾ ਇਜਲਾਸ ਹੁੰਦਾ ਕਿਉਂਕਿ ਪੂਰੇ ਸੂਬਿਆਂ ਚੋਂ ਆਉਣਾ ਲੋਕਾਂ ਨੇ ਆ ਕੇ ਸਵਾਲ ਕਰਨੇ ਤੇ ਉਹਨਾਂ ਨੇ ਇੱਕ ਆਹ ਵਿੱਚ ਇਹ ਕਹਤਾ ਕਿ ਵੀ ਆਮ ਆਦਮੀ ਦੀ ਗੱਲ ਕੀਤੀ ਜਾਏਗੀ। ਮੈਨੂੰ ਲੱਗਦਾ ਕਿ ਜਿੰਨੀ ਦੇਰ ਜਿਹੜੀ ਕਾਰਗੁਜ਼ਾਰੀ ਹੈ ਉਹਨੂੰ ਇਸ ਗੱਲ ਨਾਲ ਜੋੜ ਕੇ ਨਹੀਂ ਦੇਖਿਆ ਜਾਂਦਾ ਉਨੀ ਦੇਰ ਤੱਕ ਸਾਨੂੰ ਸਮਝ ਨਹੀਂ ਆਉਂਦੀ कि ये सिर्फ ऊपरले पद्धर की सियासत दा मसला है। जी तुसी कह रहे थे। मुझे ये लगता है सारी की सारी बात जो एक तो आम आदमी का जो राहुल गांधी ने कह दिया और आखिर पूरा उस खेल में कामयाब होता दिखता है। वो खेल ये है कि वो मिडिल क्लास जिसकी वॉइस सुनी जाती है, जिसके पास शब्द हैं, जिसके पास आवाज है, वो आम आदमी के रूप में आ गई। वो कह रही कि हम आम आदमी हैं। इसी के साथ जो आपने बात कही सुप्रीम कोर्ट की बात, अब पूरे देश में ना सुप्रीम कोर्ट का भाव है ना किसी और का कि अभाव से मुक्ति इस देश के नागरिक को मिले। सुप्रीम कोर्ट क्या कहता है? वो अनाज जो खराब हो रहा है वो बांट दीजिए। अगर खराब नहीं हो रहा तो फिर कोई फिक्र सुप्रीम कोर्ट को भी नहीं है। वो बहुत गंभीर सवाल है जिसपे देखने की जरूरत है। इसी तरह जो कॉमनवेल्थ में बात कर रहे थे और नरेगा की बात करें, राहुल गांधी से लेकर कोई नरेगा का ठीक इंप्लीमेंटेशन हो रहा है कि नहीं, उसके बहुत सारे क्रिटिक है, पर बावजूद इसके ठीक इंप्लीमेंट हो रहा है कि ये बात नहीं कर रहा, कोई उस बात को रेखांकित नहीं कर रहा। पीयूडीआर की रिपोर्ट जो कॉमनवेल्थ में आई उसको कोई रेखांकित नहीं कर रहा। समाजवादी जन परिषद जैसे आंदोलन संगठनों ने पूरे देश भर में कॉमनवेल्थ का विरोध किया, ये कहते हुए कि आप सिर्फ खर्च ही नहीं कर रहे हैं, भ्रष्टाचार ही नहीं कर रहे हैं, वो तो कर ही रहे हैं, उसके अलावा कितने लोगों को आप उजाड़ रहे हैं। इस देश को इस उजाड़ने की जरूरत नहीं, इस खेल की जरूरत नहीं है। और फिर आज ये खबर है कि जो रसोई बनाई गई उसको कोई उसका सामान खरीदने वाला नहीं, जो 17 करोड़ रुपए की थी। इतना बड़ी बर्बादी इतने बड़े लोगों को उजाड़ देकर इस कोस्ट पे की गई, उसका कोई सेंस नहीं बनता। ऐसा मंजुला ਤੁਸੀਂ ਇਹ ਦੱਸੋ ਕਿ ਤੁਸੀਂ ਸ਼ਹੀਦ ਭਗਤ ਸਿੰਘ ਦੀ ਫੈਮਿਲੀ ਪਰਿਵਾਰ ਦੇ ਨਾਲ ਜੁੜੇ ਜੇ ਔਰ ਤੁਸੀਂ ਇਸ ਵੇਲੇ ਰੋਪੜ ਦੇ ਵਿੱਚ ਕੰਮ ਕਰਦੇ ਜੇ। ਰੋਪੜ ਇੱਕ ਤਰੀਕੇ ਨਾਲ ਦਿੱਲੀ ਦੇ ਹਿਸਾਬ ਨਾਲ ਇੱਕ ਛੋਟਾ ਟਾਊਨ ਮੰਨਿਆ ਜਾਂਦਾ, ਉੱਥੇ ਲੋਕਾਂ ਦੇ ਕੀ ਐਸਪੀਰੇਸ਼ਨ ਜਿਹੜਾ ਆਮ ਆਦਮੀ ਜਿਹੜਾ? ਮੈਂ ਇਹੀ ਮੰਨਦੀ ਆ ਕਿ ਦੇਖੇ ਜਿੱਦਾਂ ਆਪਾਂ ਗੱਲ ਕਰ ਲਈਏ ਕਿਸੇ ਸਟੇਟ ਦੀ ਜਾਂ ਮਤਲਬ ਅੱਜ ਦੇ ਟਾਈਮ 'ਚ ਮੈਂ ਇਹ ਕਹੂੰਗੀ ਕਿ ਲੋਕਾਂ ਨੂੰ ਆਪ ਹੀ ਜਾਗਰੂਕ ਹੋਣਾ ਪੈਣਾ ਹੈ। जब वो आप जागरूक होंगे तां ही काम बनेगा। बिकॉज जिद्दां ਰੋਪੜ ਵਰਗੇ ਸ਼ਹਿਰ ਦੇ ਵਿੱਚ ਆਮ ਲੋਕ ਸ਼ਹਿਰ ਜਿਹੜੇ ਪੰਜਾਬ ਹਰਿਆਣਾ ਦੇ ਹਿਮਾਚਲ ਦੇ ਉੱਥੇ ਲੋਕੀ ਜਾਗਰੂਕ ਹੈ ਕਿ ਨਹੀਂ ਹੈ? है ਅੱਜ का एजुकेशन लेवल ਤਾਂ ਉੱਥੇ ਕਾਫੀ ਅੱਛਾ ਹੈਗਾ। ਮੈਂ ਇਹੀ ਮੰਨਦੀ ਹਾਂ ਕਿਉਂਕਿ ਜਿੱਦਾਂ ਐਜੂਕੇਸ਼ਨ ਹੀ ਹੈਗੀ ਹੈ ਜਿਹਦੇ ਨਾਲ ਬੰਦੇ ਨੂੰ ਨੌਲੇਜ ਮਿਲਦੀ ਹੈ। ਜਿੱਦਾਂ ਹੁਣ ਸਾਡੇ ਕੰਟਰੀ 'ਚ ਆਪਾਂ ਕਹੀਏ ਤਾਂ 70% ਅੱਜ ਦੀ ਯੂਥ ਹੈ। ਲੋੜ ਕੀ ਹੈ ਉਹਨਾਂ ਯੂਥ ਨੂੰ ਆਪਣੀ એનર્ਜੀ ਨੂੰ ਪੋਜ਼ਿਟਿਵ ਸਾਈਡ ਤੇ ਯੂਜ਼ ਕਰਨ ਦੀ। ਜੇ ਉਹਨੂੰ ਪ੍ਰੋਪਰ ਯੂਜ਼ ਕਰਨ ਸਿਸਟਮ 'ਚ ਆਣ, ਮੈਂ ਕਹਿੰਦੀ ਹਾਂ ਸਿਰਫ ਜੌਬ 'ਚ ਆਣ, ਹਰ ਜਗ੍ਹਾ 'ਚ ਆਣ, ਲੇਕਿਨ ਆਪ ਉਹਦਾ ਪਾਰਟ ਬਣ ਕੇ ਕਰਪਸ਼ਨ 'ਚ ਨਾ ਇਨਵੋਲਵ ਹੋ ਜਾਣ, ਉਹਨੂੰ ਸਾਈਡ ਕਰਨ। ਜੇ ਇੱਕ ਦੇਸ਼ ਹੈ ਆਪਾਂ ਕਹੀਏ ਤਾਂ ਇਸ ਦੇਸ਼ ਦਾ ਮਾਲਿਕ ਸਿਰਫ ਪ੍ਰਾਈਮ ਮਿਨਿਸਟਰ ਜਾਂ ਚੀਫ ਮਿਨਿਸਟਰ ਨਹੀਂ ਹੈ, ਆਮ ਬੰਦਾ ਹੈ। ਉਹ ਆਮ ਬੰਦਾ ਇਸੇ ਕਰਕੇ ਆਪਾਂ ਹੁਣੇ ਸੁਣਿਆ ਕਿ ਆਮ ਆਦਮੀ ਜਿਹੜਾ ਵਾ ਆਮ ਬੱਚੇ ਵਿੱਚ ਕੁਝ ਸਟੂਡੈਂਟਸ ਵੀ ਸੀ, ਉਹਨਾਂ ਦਾ ਇਸ ਬਾਰੇ ਕੀ ਕਹਿਣਾ ਸੀ। ਅਸੀਂ ਇਸ ਮੁੱਦੇ ਉੱਤੇ ਕੁਝ ਸਿਆਸਤਦਾਨਾਂ ਨਾਲ ਵੀ ਗੱਲ ਕੀਤੀ, ਜਾਣਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ। Rahul Gandhi has placed before the country, it lacks the commitment, it lacks the intellectually the way these people have put up this issue. The whole world and specifically the Indians they are feeling cheated. My basic question to Congress, specifically to Rahul Gandhi, what have you done in the last 6 years to solve the problems of common man? ਅੱਜ ਜਿਹੜੀ ਕਾਂਗਰਸ ਪਾਰਟੀ ਦੀ ਆਮ ਆਦਮੀ ਦੀ ਗੱਲ ਹੈ,
ਸਭ ਤੋਂ ਪਹਿਲਾਂ ਪੁੱਛਣ ਵਾਲੀ ਗੱਲ ਉਹਨਾਂ ਨੂੰ ਇਹ ਹੈ ਕਿ ਜੇ ਉਹ ਆਮ ਆਦਮੀ ਦੀ ਪਾਰਟੀ ਗੱਲ ਕਰਦੀ ਹੈ, ਕਿੰਨਾ ਪੈਸਾ ਦਿੱਲੀ ਦੇ ਵਿੱਚ ਕਾਮਨਵੈਲਥ ਸਪੋਰਟਸ ਦੇ ਉੱਤੇ ਵੇਸਟ ਹੋਇਆ, ਕਿੰਨੇ ਹਜ਼ਾਰ ਕਰੋੜ, ਔਰ ਕਿੰਨੇ ਹਜ਼ਾਰ ਕਰੋੜ ਉਹਦੇ ਵਿੱਚੋਂ ਖਾਧੇ ਗਏ। ਜੇ ਆਮ ਆਦਮੀ ਦਾ ਕੰਸਰਨ ਕਾਂਗਰਸ ਪਾਰਟੀ ਨੂੰ ਹੁੰਦਾ ਤੇ ਜਿਹੜਾ ਇੰਟਰਨੈਸ਼ਨਲ ਲੈਵਲ ਤੱਕ ਇੰਨਾ ਰੌਲਾ ਪਿਆ ਸੀ ਕਿ ਖੇਡਾਂ ਦੇ ਵਿੱਚ ਇੰਨਾ ਵੱਡਾ ਭ੍ਰਿਸ਼ਟਾਚਾਰ ਹੋਇਆ ਸੀ, ਜੇ ਆਮ ਆਦਮੀ ਦੀ ਉਹਨਾਂ ਨੂੰ ਫਿਕਰ ਹੁੰਦੀ ਤੇ ਸ਼ਾਇਦ ਇਹ ਨਾ ਹੁੰਦਾ। ਹਾਲੇ ਉਹਨਾਂ ਨੂੰ ਆਮ ਆਦਮੀ ਦੀ ਪਰਿਭਾਸ਼ਾ ਨਹੀਂ ਪਤਾ ਹੈਗੀ। ਹਾਲੇ ਤੇ ਇਹ ਕਿ ਜਿੱਥੇ ਕੋਈ ਫੜ ਕੇ ਲੈ ਜਾਵੇ ਵੀ ਇੱਕ ਝੁੱਗੀ ਜੀ ਖੜੀ ਕਰ ਲਓ, ਉੱਥੇ 4 ਬੰਦੇ ਬਿਠਾ ਲਓ, ਉਹਨਾਂ ਦੇ ਵਿੱਚ ਬੈਠ ਕੇ ਰੋਟੀ ਖਵਾ ਦਿਓ, ਇੱਥੇ ਮੇਲੇ ਤੇ ਲੈ ਜਾਓ, ਉੱਥੇ ਪਕੌੜੇ ਖਵਾ ਦਿਓ, ਇਹ ਗੱਲਾਂ ਆਮ ਆਦਮੀ ਦੀ ਨਹੀਂ। ਆਮ ਜਿਸ ਬੰਦੇ ਨੇ ਗਰੀਬੀ ਹੰਢਾਈ ਹੈ ਉਹਨੂੰ ਇਹ ਚੀਜ਼ਾਂ ਦੱਸਣ ਦੀ ਲੋੜ ਨਹੀਂ ਪੈਂਦੀ। गरीब आदमी ਨੂੰ पूरी समझ है। राजीव, आपने सुना जो एक बीजेपी से थे, एक अकाली दल से थे, उनका इस बारे में क्या राय है, लेकिन आपका क्या मानना है कि कोई भी पार्टी सिंसियर है आम आदमी के लिए? जब कोई भी पार्टी की बात करते हैं तो मैं इसको थोड़ा अलग अलग करना चाहता हूँ। एक वो जो मुख्य धारा की चुनावी राजनीति की पार्टियां हैं और एक वो पार्टियां जो देश में परिवर्तन की लड़ाई लड़ रही हैं, उन दोनों को अलग अलग करना होगा। भारत उदय के बहुत ऊंचा नारा देने वाले बीजेपी के नेता ने भी कहा, तब उनको अपनी तरफ झांक के देख लेना चाहिए। इसके अलावा जो मुझे कहना था कि लगातार हम एक बात अभी आई कि जब लोग इन्होंने कहा कि जो जागरूक होगा इंसान, परंतु हम भूल रहे हैं जब जागरूक होता है इंसान तो पंजाब हरियाणा से लेकर छत्तीसगढ़ तक, बंगाल तक या तो केस बना दिए जाते हैं, यूपी में दर्ज कर केस बनाकर उनको जेल में डाल दिया जाता है, विनायक सेन को जेल में डाल दिया जाता है या गोलियों से मार दिया जाता है। ये जागरूक होने वाले इंसान की त्रासदी हो रही है, जो एक बहुत बड़ा सवाल है। जागरूक यानी क्या? कुछ पढ़ गया, कुछ नौकरी का साधन कर लिया, कुछ जुगाड़ भिड़ा लिया, जिसको राहुल गांधी ने कहा जुगाड़। राहुल गांधी अगेन यही कह रहे हैं कि जो व्यवस्था में हित साध रहा है, नौकरी वाले व्यक्ति का जब उदाहरण देते हैं वो, तो वो कहते हैं क्योंकि उसका जुगाड़ नहीं था, क्योंकि उसका कनेक्शन नहीं था। क्या वो कहना चाहते हैं कि वो व्यक्ति जो व्यवस्था में इस तरह के कनेक्शन बना लेगा वो आम आदमी है? तब सारा सवाल खड़ा होता है कि जागरूक जब होगा तब वो इस तरह की व्यवस्था को चुनौती देगा। उसकी बात राहुल गांधी नहीं कर रहे हैं, उसकी बात ना अकाली लीडर कर रहे हैं, ना बीजेपी कर रहे हैं, ना देश की और मुख्य धारा की राजनीतिक पार्टियां कर रही हैं, जो तमिलनाडु की पार्टियां हो, चाहे आंध्रा की हो, चाहे हरियाणा, चाहे पंजाब की हो। ये एक बड़ा सवाल है कि जागरूक जब इंसान होगा तब उसके लोकतांत्रिक अधिकारों की सुरक्षा कम कर पाएंगे। तब जो आम आदमी जो है, जो आदिवासी है, जो एकदम भूखा नंगा रहकर जी रहा है, तब अपनी बात कहता है। तब क्या उस पर हम गोली चलाएंगे या उसकी आवाज को सुनेंगे? इतना अगर हम कर पाएंगे इसकी आवाज को। बहुत वैलिड पॉइंट। दिलजीत, आमी ये दसो कि इस ਵੇਲੇ ਜਿਹੜਾ ਆਮ ਆਦਮੀ ਆ ਉਹਦੀਆਂ ਜਿਹੜੇ ਮੁਸ਼ਕਲਾਤਾਂ ਵਾ ਉਹਦੇ ਵੱਲ ਕੋਈ ਧਿਆਨ ਦੇ ਰਿਹਾ ਵਾ? ਪੀਣ ਦਾ ਪਾਣੀ ਹੈ ਨਹੀਂ, यातायात ਦੇ ਸਾਧਨ ਹੈ ਨਹੀਂ, शौच ਵਾਸਤੇ शौचालय नहीं बने। ਮਸਲਾ ਇਹ ਹੈ ਕਿ ਵੀ ਜਿੱਡਾ ਵੱਡਾ ਤਬਕਾ ਇਹਨਾਂ ਸਾਰੇ ਸਾਧਨਾਂ ਤੋਂ ਮਹਿਰੂਮ ਹੈ। ਜਿੰਨੀ ਦੇਰ ਉਹ ਜਥੇਬੰਦ ਨਹੀਂ ਹੋਏਗਾ ਉਨੀ ਦੇਰ ਉਹ ਆਪਣੇ ਲਈ ਸੌਦੇਬਾਜ਼ੀ ਨਹੀਂ ਕਰ ਸਕਦਾ ਸਰਕਾਰ ਨਾਲ ਸਿਆਸੀ ਰੂਪ ਦੇ ਵਿੱਚ। ਜਿਵੇਂ ਰਾਜੀਵ ਨੇ ਕਿਹਾ ਕਿ ਜਦੋਂ ਤੁਸੀਂ ਜਾਗਰੂਕ ਹੁੰਦੇ ਹੋ ਤੇ ਤੁਹਾਡੇ ਬਾਰੇ ਸਿਆਸਤ ਹੋਰ ਕਿਸਮ ਦੀ ਹੁੰਦੀ ਹੈ, ਆਮ ਆਦਮੀ ਦੀ ਸਿਆਸਤ ਹੋਰ ਕਿਸਮ ਦੀ ਹੁੰਦੀ ਹੈ। ਜਿਵੇਂ ਮਸਲਨ ਜਿੱਥੇ ਵੀ ਜਿਹੜੀਆਂ ਮੁਹਿੰਮਾਂ ਦਾ ਲਹਿਰਾਂ ਦਾ ਜ਼ਿਕਰ ਰਾਜੀਵ ਕਰ ਰਹੇ ਸੀ ਉਹ ਹੈਗੀਆਂ ਨੇ, ਉੱਥੇ ਇਹ ਕਿਹਾ ਜਾਂਦਾ ਕਿ ਵੀ ਇਹ ਆਮ ਆਦਮੀ ਤੱਕ ਸਾਡੀ ਪਹੁੰਚ ਨੂੰ ਘੱਟ ਕਰ ਰਹੇ ਨੇ। ਹੁਣ ਮਸਲਾ ਇਹ ਹੈ ਕਿ ਜਿਹੜਾ ਜਾਗਰੂਕ ਇਨਸਾਨ ਹੈਗਾ ਆਮ ਆਦਮੀ ਦੀ ਗੱਲ ਕਰ ਰਿਹਾ, ਉਹਨੂੰ ਅਸੀਂ ਇਹ ਕਹਿੰਦੇ ਹਾਂ ਕਿ ਤੁਸੀਂ ਨਾ ਆਮ ਆਦਮੀ ਦੀ ਗੱਲ ਕਰੋ, ਆਮ ਆਦਮੀ ਦੀ ਗੱਲ ਸਿਰਫ ਅਸੀਂ ਕਰਾਂਗੇ। ਇਸ ਕਰਕੇ ਆਮ ਆਦਮੀ ਇੱਕ ਮਤਲਬ ਸਿਆਸਤ ਦਾ ਇੱਕ ਮੋਹਰਾ ਜਿਹਾ ਬਣ ਜਾਂਦਾ, ਇੱਕ ਸ਼ਬਦ ਬਣ ਜਾਂਦਾ, ਇਹਦੇ ਵਿੱਚ ਕੋਈ ਠੋਸ ਗੱਲ ਨਹੀਂ ਬਣਦੀ ਹੈਗੀ ਜਿੰਨੀ देर तक। इसीलिए कलिंगानगर में शांतिपूर्ण आंदोलनों पे गोलियां चलाई जाती हैं। एक इंप्रेशन दिया जाता है कि जिन आंदोलनों की बात कर रहे हैं बहुत वायलेंट किस्म के हिंसा कर रहे हैं, परंतु ये भी हम ध्यान रखना चाहिए इस देश में एकदम हिंसात्मक रूप से आंदोलन करने वाले लोगों पर भी गोलियां चली हैं और चलाई जा रही हैं। उसकी बात ना राहुल गांधी करता है ना ही बाकी पार्टियां करती हैं, परंतु देश का एक बहुत बड़ा जन आंदोलन। मैं साहब ये दसो कि इन्होंने मेवात ਦੀ ਵੀ ਗੱਲ ਕੀਤੀ। ਚੰਡੀਗੜ੍ਹ ਪੰਚਕੂਲਾ ਮੋਹਾਲੀ ਨੂੰ ਇੱਕ ਬੜੇ ਪ੍ਰਿਵਿਲੇਜ ਜੀ ਜਗ੍ਹਾ ਮੰਨੀ ਜਾਂਦੀ ਹੈ, ਪਰ ਇੱਥੇ ਤੁਹਾਨੂੰ ਲੱਗਦਾ ਵੀ ਆਮ ਆਦਮੀ ਦੀ ਕੋਈ ਸੁਣਾਈ ਹੈ ਇੱਥੇ? ਬਿਲਕੁਲ ਨਹੀਂ ਹੈ ਜੀ, ਬਿਲਕੁਲ। ਮੈਂ ਅਗਰ ਇਹ ਤੁਸੀਂ ਕਹਿ ਰਹੇ ਹੋ ਨਾ ਕਿ ਇਹ ਸੁਣਾਈ ਹੈ, ਸੁਣਾਈ ਕਿਸੇ ਤਰ੍ਹਾਂ ਨਹੀਂ ਹੈਗੀ ਆ, ਕਿਉਂਕਿ ਇਹਨੂੰ ਅਗਰ ਇਹ ਦੇਖਿਆ ਜਾਏ, ਮੈਂ ਥੋੜਾ ਜਿਹਾ ਅਗਰ ਮੈਂ ਪਿੱਛੇ ਇੱਕ ਸੈਕਿੰਡ ਦੀ ਗੱਲ ਕਰਨਾ ਚਾਹੁੰਦਾ ਹੈਗਾ ਕਿ ਜਿਸ ਵੇਲੇ ਪੰਚਕੂਲਾ ਔਰ ਮੋਹਾਲੀ ਔਰ ਬਣਾਏ ਗਏ ਹੈਗੇ ਆ, ਇਹ ਇਸ ਇੱਕ ਐਕਟ ਦੇ, ਇੱਕ ਚੰਡੀਗੜ੍ਹ ਬਾਈਫਿਕੇਸ਼ਨ ਐਕਟ ਦੇ ਹਿਸਾਬ ਦੇ ਨਾਲ ਬਣਾਏ ਗਏ ਸੀਗੇ ਜੀ। ਉਸ ਵੇਲੇ ਇਹਨੂੰ ਕੈਪੀਟਲ ਪ੍ਰੋਜੈਕਟ ਦੇ ਪਾਰਟ ਮੰਨ ਕੇ ਇਹਨੂੰ ਕੀਤਾ ਗਿਆ ਸੀਗਾ ਜੀ। ਤੇ ਉਸ ਦੇ ਬਾਅਦ ਅੱਜ ਤੱਕ ਇੱਕ ਵਾਰ ਵੀ ਕਦੇ ਵੀ ਕਿਸੇ ਵੀ ਯਾਨੀ ਕਿ ਚਾਹੇ ਉਹ ਯੂਨੀਅਨ ਟੈਰੀਟਰੀ ਦਾ ਕੋਈ ਵੀ ਆਫੀਸਰ ਹੈਗਾ ਜਾਂ ਸੈਂਟਰਲ ਗਵਰਨਮੈਂਟ ਹੈਗੀ ਆ, ਇਹਨਾਂ ਨੇ ਕਦੇ ਇਸ ਗੱਲ ਨੂੰ ਨਹੀਂ ਮੰਨਿਆ ਕਿ 40-60 ਦੀ ਰੇਸ਼ੋ ਦੇ ਵਿੱਚ ਇਹਨਾਂ ਨੂੰ ਅਸੀਂ ਰਾਜਧਾਨੀ ਦਿੱਤੀ ਹੈ। ਆਈ ਥਿੰਕ these are the only 2 states in India those don't have any capital, and the Chandigarh was the capital
in the ratio of 40 and 60. But they have ਕਿਉਂ they have not ਹੁਣ given. ਆਪਣੇ ਕੋਲ ਸਮਾਂ ਹੁਣ ਖਤਮ ਹੋ ਰਿਹਾ, ਪਰ ਇਹ ਦੱਸੋ ਕਿ ਕੀ ਕਰਨ ਦੀ ਲੋੜ ਹੈ ਆਮ ਆਦਮੀ ਆਮ ਆਦਮੀ ਵਾਸਤੇ ਦੇਖੋ ਜਿਸ ਤਰੀਕੇ ਨਾਲ ਟਰਾਂਸਪੋਰਟ ਸਿਸਟਮ ਇੱਥੇ ਬਿਲਕੁਲ ਨਹੀਂ ਹੈ, that is what it is required. State transport system is required. May it be through metro, may it be through or the otherwise. नंबर 1. नंबर 2, सेंट्रल गवर्नमेंट ने इनको जो है JNNUR के अंदर जो है वो इनको पैसे दिए हैं, पंचकुला को भी मिले हैं, मोहाली को भी मिले हैं और इनको मिले हैं. Where that money has gone? Neither that has been utilized, nor that has been ਦਲਜੀਤ, properly. ਪੰਜਾਬ ਦੇ ਵਿੱਚ ਤੁਹਾਨੂੰ ਲੱਗਦਾ ਕਿ ਇਹੋ ਹੀ ਚੀਜ਼ਾਂ ਪੰਜਾਬ 'ਚ ਹੀ ਦੇਣ ਦੀ ਲੋੜ ਹੈ? ਪੰਜਾਬ 'ਚ ਹੋਰ ਵੀ ਪ੍ਰੋਬਲਮਸ ਹੈ ਜਿਨ੍ਹਾਂ ਤੇ ਪੰਜਾਬ ਦੇ ਵਿੱਚ ਤੇ ਜਿਵੇਂ ਅਕਾਲੀ ਦਲ ਦੇ attention ਦੇਣ ਦੀ ਜਿਹੜੇ ਲੋੜ ਹੈ। ਹੁਣੀ ਸਿਆਸਤਦਾਨ ਬੋਲ ਰਹੇ ਸੀ, ਜੀ। ਜੇ ਉਹਨਾਂ ਨੂੰ ਦੇਖਿਆ ਜਾਵੇ ਕਿ ਪੰਜਾਬ ਦੀਆਂ ਜਿਹੜੀਆਂ ਜਾਗਰੂਕ ਆਵਾਜ਼ਾਂ ਨੇ, ਸਿਰਫ 2010 ਦੇ ਵਿੱਚ ਲਗਾਤਾਰ ਕਤਲ ਹੋਏ ਨੇ, ਜਿਨ੍ਹਾਂ ਦੇ ਵਿੱਚ ਸਰਕਾਰ, ਪੁਲਿਸ ਜਾਂ ਜਿਹੜੇ ਬੰਦੇ ਬਹੁਤ ਵੱਡੇ ਦੇ ਨਾਲ ਭੂ ਮਾਫੀਆ ਦਾ ਕੰਮ ਕਰਦੇ ਨੇ ਉਹ ਲੱਗੇ ਸੀ, ਚਾਹੇ ਉਹ ਕਿਸਾਨ ਆਗੂ ਹੋਣ, ਚਾਹੇ ਉਹ ਖੇਤ ਮਜ਼ਦੂਰ ਹੋਣ, ਇਹਨਾਂ ਦੇ ਲਗਾਤਾਰ ਹੋਏ ਨੇ। ਤੇ ਹੁਣ ਮਸਲਾ ਇਹ ਹੈ ਕਿ ਵੀ ਇਹ ਜਿਹੜੇ ਸਾਰੇ ਮਸਲੇ ਨੇ, ਜੇ ਇਹਨਾਂ ਨੂੰ ਨਿਪਟਾਉਣਾ ਹੋਵੇ, ਇੱਕ ਤਾਂ ਇਹ ਹੈ ਕਿ ਤੁਸੀਂ ਆਮ ਆਦਮੀ ਦੀ ਇਸ ਤਰੀਕੇ ਨਾਲ ਗੱਲ ਕਰੋ ਕਿ ਮੈਂ ਰਾਇਤਾਂ ਲੈਣ ਲਈ ਕਹਾਂ ਕਿ ਮੈਂ ਆਮ ਆਦਮੀ, ਦੂਜਾ ਇਹ ਹੈ ਕਿ ਮੈਂ ਆਪਣੀ ਸਿਆਣਪ ਦੱਸਣ ਲਈ ਕਹਾਂ ਕਿ ਉਹ ਆਮ ਆਦਮੀ। ਜੇ ਠੋਸ ਗੱਲ ਕਰਨੀ ਹੈ ਇਸ ਮੁਲਕ ਦੇ ਵਾਸੀਆਂ ਦੀ, ਤੇ ਸਾਨੂੰ ਆਪਣੇ ਸੰਵਿਧਾਨ ਦੀ ਪਹਿਲੀ ਲਾਈਨ ਬਾਰ-ਬਾਰ ਪੜ੍ਹਨੀ ਪਏਗੀ ਜਿਹੜੀ ਇੱਥੋਂ ਸ਼ੁਰੂ ਹੁੰਦੀ ਹੈ, ਅਸੀਂ ਇਸ ਮੁਲਕ ਦੇ ਵਾਸੀ। ਉਹ ਤੋਂ ਬਾਅਦ ਉਹਨਾਂ ਸਾਰਿਆਂ ਦੇ ਬੁਨਿਆਦੀ ਮਸਲਿਆਂ ਦੀ ਗੱਲ ਕਰਨੀ ਹੋਏਗੀ ਤੇ ਉਹ ਕਿੱਥੋਂ ਉਹਨਾਂ ਦੀ ਪੂਰਤੀ ਹੋਏਗੀ, ਕਿਵੇਂ ਹੋਏਗੀ, ਇਹਦੇ ਲਈ ਇੱਕ ਠੋਸ ਯੋਜਨਾਬੰਦੀ ਹੋਏਗੀ। ਉਹਦੇ ਬਿਨਾਂ ਸਿਰਫ ਉਹ ਸਿਆਸਤ ਦੀ ਗੱਲਬਾਤ ਹੈ। ਲਾ ਐਂਡ ਆਰਡਰ ਵਾਸਤੇ ਮੈਂ ਥੋੜੇ ਜਿਹੜਾ ਸਮਾਂ ਹੋ ਰਿਹਾ, ਮੈਂ ਇੱਕ ਮਿੰਟ ਮੰਜੁਲਾ ਜੀ ਨੂੰ ਵਿੱਚ ਲੈਣਾ ਚਾਹੁੰਦਾ। ਮੰਜੁਲਾ, ਇਹ ਦੱਸੋ ਕਿ ਜਿਹੜਾ ਇੱਕ VIP ਆ, ਇੱਕ ਕਾਮਨ ਆਦਮੀ ਆ, ਉਹਦਾ ਜਿਹੜਾ ਵਿੱਚ ਫਾਸਲਾ ਵਾ ਉਹ ਬਹੁਤ ਵੱਧ ਰਿਹਾ ਵਾ, ਉਹਨੂੰ ਇਕੱਠਾ ਕਰਨ ਲਈ, ਘੱਟ ਕਰਨ ਲਈ ਕੀ ਕਰਨ ਦੀ ਲੋੜ ਹੈ? ਜਿੱਦਾਂ ਅਸੀਂ ਮੈਂ ਹੁਣ ਦੇਖਦੇ ਹਾਂ, ਇੱਕ ਆਮ ਆਦਮੀ ਜੇ ਕਿਸੇ ਮਿਨਿਸਟਰ ਨੂੰ ਮਿਲਣ ਜਾਂਦਾ ਹੈ, ਉਹਨੂੰ ਬਹੁਤ ਸਾਰੀ ਫਾਰਮੈਲਿਟੀਆਂ ਪੂਰੀਆਂ ਕਰਨੀਆਂ ਪੈਣਗੀਆਂ। ਪਹਿਲਾਂ ਅਪਾਇੰਟਮੈਂਟ ਲੈਣਾ, ਪਹਿਲਾਂ ਤਾਂ ਉਹਨੂੰ ਮਿਲ ਹੀ ਨਹੀਂ ਪਾਏਗਾ, ਸਿੱਧੀ ਜੀ ਗੱਲ ਹੈ, ਉਹ ਮਿਲ ਹੀ ਨਹੀਂ ਸਕਦਾ ਸਿੱਧੇ ਜਾ ਕੇ। ਜਦ ਕਿ ਇਹ ਸਭ ਤੋਂ, ਜੇ ਉਹ ਸਾਡੇ ਲਈ ਹੈਗੇ ਆ, ਜੇ ਮਿਨਿਸਟਰ ਸਾਡੇ ਲਈ ਉਹ ਖੜੇ ਨੇ, ਤੇ ਇੰਨਾ ਤਾਂ ਸੌਖਾ ਹੋਣਾ ਚਾਹੀਦਾ ਕਿ ਅਸੀਂ ਉਹਨਾਂ ਨੂੰ ਮਿਲ ਸਕੀਏ। ਇਹਨਾਂ ਦੀ ਗੱਲ ਤੋਂ ਮੈਂ ਅਗਰੀ ਕਰਦੀ ਹਾਂ ਕਿ ਮਤਲਬ ਅਸੀਂ ਕੰਮ ਨਹੀਂ ਕਰ ਰਹੇ ਜਾਂ ਆਮ ਆਦਮੀ ਦੀ ਪ੍ਰੋਬਲਮ ਦੀ ਗੱਲ ਨਹੀਂ ਕਰ ਰਹੇ, ਲੇਕਿਨ ਆਪਾਂ ਇਹ, ਮੈਂ ਜਿਸ ਪੁਆਇੰਟ ਆਫ ਵਿਊ ਤੋਂ ਮੈਂ ਦੇਖਦੀ ਹਾਂ, ਆਮ ਆਦਮੀ ਕਾਸਟ ਜਾਂ ਹੋਰ ਚੀਜ਼ਾਂ 'ਚ ਡਿਵਾਈਡਡ ਹੈ। ਸਾਨੂੰ ਆਪਣੀ ਸੋਚ ਨੂੰ ਥੋੜਾ ਵਧਾਉਂਦੇ ਹੋਏ ਨਾ, ਇਸ ਚੀਜ਼ ਨੂੰ ਛੱਡਦੇ ਹੋਏ, ਕਾਸਟ ਜਾਂ ਰਿਲੀਜਨ ਜਾਂ ਇਹਨਾਂ ਚੀਜ਼ਾਂ ਨੂੰ ਛੱਡ ਕੇ ਹੋਰ ਇਕੱਠੇ ਹੋ ਕੇ, ਯੂਨਿਟੀ ਇਜ਼ ਵੈਰੀ ਇੰਪੋਰਟੈਂਟ। ਇਕੱਠੇ ਹੋ ਕੇ, ਜਿੱਦਾਂ ਕਹਿੰਦੇ ਕਿ ਗੋਰਿਆਂ ਦੀ ਪਾਲਿਸੀ ਸੀਗੀ ਡਿਵਾਈਡ ਐਂਡ ਰੂਲ, ਉਹ ਅੱਜ ਵੀ ਇਹੋ ਜਿਹੇ ਮੁੱਦੇ ਸਾਡੇ ਕੋਲ ਵਿੱਚ ਛੱਡ ਗਏ ਜਿਹਦੇ ਵਿੱਚ ਅਸੀਂ ਹਾਲੇ ਵੀ ਵੱਖਰੇ ਹੈਗੇ ਆ। ਸਾਨੂੰ ਚਾਹੀਦਾ ਕਿ ਉਹਦੇ ਵਿੱਚ ਇਕੱਠੇ ਹੋ ਕੇ ਫਿਰ ਆਪਣੀ ਆਵਾਜ਼, ਅਗਰ ਜੇ ਆਪਾਂ ਅੱਗੇ ਕਰੀਏ, ਜਿੱਦਾਂ ਰਿਜ਼ਰਵੇਸ਼ਨ ਹੈ ਜਾਂ ਕੋਈ ਹੋਰ ਗੱਲ ਹੈਗੀ ਆ, ਸਾਰਿਆਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ, ਆਪਣੀ ਆਵਾਜ਼ ਇਕੱਠੀ ਕਰਕੇ ਚੁੱਕਣ ਦੀ ਲੋੜ ਆ। ਰਜੀ, ਮੈਨੂੰ ਪਤਾ ਤੁਸੀਂ ਕੁਝ ਕਹਿਣਾ ਚਾਹੁੰਦੇ, ਪਰ ਹੁਣ ਸਮਾਂ ਹੋ ਗਿਆ, ਇਹਨੂੰ ਡਿਬੇਟ ਇੱਥੇ वन लाइन एक तो इकट्ठे होना मतलब किन्ना ने इकट्ठे होना, बहुत बड़ा सवाल है। दूजा सवाल, पंजाब ਦੇ ਵਿੱਚ ਇੱਕ ਪਾਸੇ ਪ੍ਰੋਪਰਟੀ ਡੈਮੇਜ ਦਾ ਲਾਅ ਲਾ ਕੇ ਇਹ ਕਿਹਾ ਜਾ ਰਿਹਾ ਕਿ ਤੁਸੀਂ ਪ੍ਰੋਟੈਸਟ ਆਪਦੀ ਗੱਲ ਵਾਸਤੇ ਜੇ ਕਰੋਗੇ ਤੇ ਪਰਸੇ ਆਫੈਂਸ ਹੋਏਗਾ। ਦੂਜੇ ਪਾਸੇ ਜੇ ਤੁਸੀਂ VIP ਦੀ ਗੱਲ ਕੀਤੀ, ਉਹਨਾਂ ਨੂੰ ਸੁਰੱਖਿਆ ਨਾ ਦੇਣ ਵਾਸਤੇ ਸਪੈਸ਼ਲ ਫੋਰਸ ਗਰੁੱਪ ਬਿੱਲ ਲਿਆਇਆ ਗਿਆ ਜਿਹੜਾ ਖੁੱਲੀ ਪਾਵਰ ਦਿੰਦਾ ਉਸ ਪੁਲਿਸ ਨੂੰ। ਇਹ ਸਾਰਾ ਖੇਡ ਹੈ। ਇੱਕ ਪਾਸੇ ਆਮ ਬੰਦਾ ਪ੍ਰੋਟੈਸਟ ਨਹੀਂ ਕਰ ਸਕਦਾ, ਆਪਦੀ ਗੱਲ ਨੂੰ ਕਹਿ ਨਹੀਂ ਸਕਦਾ, ਜੇ ਬਿਨਾਂ ਪਰਮਿਸ਼ਨ ਤੋਂ ਕਹਿ ਦੇਗਾ ਤਾਂ ਇਟਸ ਸੈਲਫ ਆਫੈਂਸ ਹੋਏਗਾ। ਦੂਜਿਆਂ ਨੂੰ ਨੌਕਰੀ ਸੁਰੱਖਿਆ ਦੇਣ ਵਾਸਤੇ ਲਾਅ ਹੋਏਗਾ। ਤੁਹਾਡੇ ਹਿਸਾਬ ਨਾਲ ਇਹ ਸਾਰੀਆਂ ਐਂਟੀ ਕਾਮਨ ਮੈਨ ਪਾਲਿਸੀਜ਼ ਹੈ। Yes, these are being adopted. These are being adopted. ਤੁਸੀਂ ਇਸ ਡਿਸਕਸ਼ਨ ਦੇ ਵਿੱਚ ਆਏ। ਮੁਲਕ ਨੂੰ ਆਜ਼ਾਦ ਹੋਏ 60 ਵਰੇ ਬੀਤ ਗਏ ਨੇ। ਇਸ ਸਮੇਂ ਦੌਰਾਨ ਕਈ ਸਰਕਾਰਾਂ ਆਈਆਂ ਤੇ ਕਈ ਗਈਆਂ। ਇਹਨਾਂ ਸਰਕਾਰਾਂ ਨੇ ਗਰੀਬਾਂ ਅਤੇ ਗਰੀਬੀ ਨੂੰ ਧਿਆਨ ਵਿੱਚ ਰੱਖ ਕੇ ਗਰੀਬੀ ਹਟਾਓ ਅਤੇ ਰੋਟੀ ਕੱਪੜਾ ਮਕਾਨ ਵਰਗੇ ਕਈ ਨਾਅਰੇ ਇਸ ਦੇਸ਼ ਨੂੰ ਦਿੱਤੇ, ਪਰ ਫਿਰ ਵੀ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਆਖਿਰ ਆਮ ਆਦਮੀ ਹੈ ਕੌਣ। ਅੱਜ ਲੋੜ ਹੈ ਕਿ ਹਰ ਇੱਕ ਸਿਆਸਤਦਾਨ ਆਪਣੇ VIP ਸਟੇਟਸ ਨੂੰ ਛੱਡ ਕੇ ਇੱਕ ਆਮ ਆਦਮੀ ਦੀ ਤਰ੍ਹਾਂ ਆਪਣਾ ਜੀਵਨ ਬਤੀਤ ਕਰੇ, ਸ਼ਾਇਦ ਤਾਂ ਹੀ ਉਹ ਆਮ ਆਦਮੀ ਨਾਲ ਜੁੜ ਸਕੇਗਾ। ਅੱਜ ਲਈ ਬਸ ਇੰਨਾ ਹੀ। ਕੱਲ ਫਿਰ ਮਿਲਾਂਗੇ ਇੱਕ ਨਵੇਂ ਮੁੱਦੇ ਦੇ ਨਾਲ। ਸਾਡੇ ਨਾਲ ਬਣੇ ਰਹਿਣ ਲਈ ਧੰਨਵਾਦ। ਨਮਸਕਾਰ, ਸਤਿ ਸ਼੍ਰੀ ਅਕਾਲ।